ਇਹ ਰਿਪੋਰਟ ਇਹ ਕਹਿ ਰਹੀ ਹੈ ਕਿ ਅਡਾਨੀ ਦੀਆਂ ਜਿਹੜੀਆਂ ਡਿਫਰੈਂਟ ਕੰਪਨੀਆਂ ਨੇ, ਇਹਨਾਂ ਨੇ ਵੱਖ-ਵੱਖ ਨਿਯਮਾਂ ਨੂੰ ਤਾਕ ਤੇ ਰੱਖ ਕੇ ਇੱਕ ਤਾਂ ਵੱਡੇ ਕਰਜ਼ੇ ਉਹੀ ਲੈ ਲਏ ਜਿਹੜੇ ਰਿਐਲਿਟੀ ਨੂੰ ਸਮਝੇ ਬਿਨਾਂ। ਉਹ ਇਹ ਹੋ ਜਾਂਦਾ ਕਿ ਫਿਰ ਉਹ ਦਿਖਾਈ ਦਿੰਦਾ ਬਹੁਤ ਵੱਡਾ, ਰਿਐਲਿਟੀ 'ਚ ਓਡਾ ਵੱਡੀਆਂ ਚੀਜ਼ਾਂ ਨਹੀਂ ਹੁੰਦੀਆਂ। ਉਹਦੇ 'ਚ ਖਤਰਾ ਇਹ ਹੁੰਦਾ ਕਿ ਜਿੰਨਾ ਉਹ ਕਹਿੰਦੇ ਕਰਜ਼ਾ ਹੈਗਾ ਉਹਦੇ ਅਗੇਂਸਟ ਤੁਹਾਡੇ ਕੋਲ ਉਨੀਆਂ ਚੀਜ਼ਾਂ ਪ੍ਰਾਪਰਟੀ ਜਾਂ ਬਾਕੀ ਨਹੀਂ ਹੁੰਦੀਆਂ ਤੇ ਕਾਫੀ ਚੀਜ਼ਾਂ ਡੁੱਬਣ ਦੇ ਖਤਰੇ ਰਹਿੰਦੇ ਨੇ। ਅਚਾਨਕ ਉਸ ਸਮੇਂ ਰਿਪੋਰਟ ਆਉਂਦੀ ਹੈ, ਪਰ ਇਹ ਹੁਣ ਇਹ ਰਿਪੋਰਟ ਕਹਿੰਦੀ ਹੈ ਕਿ ਕਰਜ਼ਈ ਹੈ ਤਾਂ ਬਹੁਤ ਜ਼ਿਆਦਾ, ਕਿ ਗਵਾਰਾ ਹੀ ਹੈ, ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸਲ 'ਚ ਉਹ ਨਹੀਂ ਹੈ ਜੋ ਦਿਖਦਾ। ਸੋ ਮਤਲਬ ਹਵਾ ਦਾ ਗਵਾਰਾ ਕਦੇ ਫੁੱਟ ਸਕਦਾ। ਫਿਰ ਉਹਦੇ ਨਾਲ ਜਿਹੜੇ ਬੈਂਕਾਂ ਤੋਂ ਲੋਨ ਲਏ ਨੇ, ਇੱਕ ਵਾਰ ਫਿਰ ਬੈਂਕ ਖਤਰੇ 'ਚ ਨੇ। ਬੈਂਕ ਅਪਲਾਈ ਯੂਨੀਅਨਾਂ ਨੇ ਏਡੀਆਂ ਕਿਤਾਬਾਂ ਨਾਮ ਲਿਖ ਕੇ ਦਿੱਤੇ ਨੇ ਸਭ ਦੇ ਕਿ ਕਿਹਦੇ ਵੱਲ ਕਿੰਨਾ ਕਿਹਦੇ ਵੱਲ ਕਿੰਨਾ। ਉਹਨਾਂ ਤੋਂ ਵਸੂਲੀ ਨਹੀਂ ਕਰ ਪਾਉਂਦੇ। 14 ਲੱਖ ਕਰੋੜ ਰੁਪਏ ਦੇ ਲਗਭਗ ਪਿਛਲੇ ਸਾਲਾਂ ਦੇ ਵਿੱਚ ਐਨਪੀਏ ਕਹਿ ਕੇ ਉਹਨਾਂ ਨੂੰ ਮਾਫ ਹੋ ਗਿਆ। ਔਰ 14 ਲੱਖ ਕਰੋੜ ਰੁਪਏ ਦਾ ਜਿਹੜੀ ਮਾਫੀ ਹੈ ਉਹ ਪੈਸਾ ਕਿਹਦਾ ਸੀ? ਲੋਕਾਂ ਦਾ ਪੈਸਾ ਸੀ ਨਾ। ਉਹਨੇ ਤਾਂ ਵਰਤ ਕੇ ਗੁਰਸਰਲੇ ਉਡਾ ਲਏ, ਜੋ ਮਰਜ਼ੀ ਕੀਤਾ, ਦੇਸ਼ ਤੋਂ ਵੀ ਉੜ ਗਏ। ਮਾਰਿਆ ਕੌਣ ਗਿਆ? ਮਾਰੇ ਬੈਂਕ ਗਿਆ, ਜਿਹੜਾ ਪਬਲਿਕ ਸੈਕਟਰ ਦਾ ਬੈਂਕ ਸੀ। ਮਾਰੇ ਲੋਕ ਜਾਂਦੇ ਨੇ, ਉਹਨਾਂ ਦਾ ਸੈਂਟੀਮੈਂਟ ਜਿਨ੍ਹਾਂ ਦੇ ਉੱਥੇ ਪੈਸੇ ਬਾਕੀ ਸੀ। ਮਾਰੇ ਦੇਸ਼ ਦੀ ਡਿਵੈਲਪਮੈਂਟ ਜਾਂਦੀ ਹੈ। ਉਸੇ ਪੈਸੇ ਨਾਲ ਜੁੜੀ ਹੋਈ ਜਿਹੜੀ ਚੀਜ਼ ਹੈ, ਜਿਹੜੀ ਲੋਕਾਂ ਦੇ ਸੁਵਿਧਾਵਾਂ ਤੇ ਖਰਚ ਹੋਣੀ ਸੀ ਜਾਂ ਹੋਰਾਂ ਲੋਕਾਂ ਨੂੰ ਕੋਈ ਬੈਨੀਫਿਟ ਦੇਣਾ ਸੀ, ਉਹ ਬੈਨੀਫਿਟ ਫਿਰ ਸਰਕਾਰੀ ਖਰਚੇ ਚੋਂ, ਸਰਕਾਰੀ ਬਜਟ ਚੋਂ ਰਿਬੇਟ ਦਿੰਦੇ ਹੋ ਤੁਸੀਂ ਇਹਨਾਂ ਨੂੰ। ਪਰ ਮੋੜਵੇਂ ਰੂਪ ਦੇ ਵਿੱਚ ਉਹ ਕੰਪਨੀ ਕੀ ਕਹਿੰਦੀ ਹੈ, ਮਹੱਤਵਪੂਰਨ ਗੱਲ ਉਹ ਕਹਿੰਦੇ ਅਸੀਂ ਆਪਣੀ ਰਿਪੋਰਟ ਤੇ ਕਾਇਮ, ਤੁਸੀਂ ਕਰਨਾ ਆਓ ਯੂਐਸ 'ਚ ਮੁਕੱਦਮਾ ਕਰੋ ਸਾਡੇ ਤੇ, ਮੈਰਿਟ ਤੇ ਫੈਸਲੇ ਹੋਣਗੇ। ਔਰ ਨਾਲ ਉਹਨੇ ਇਹ ਕਿਹਾ ਕਿ ਸਾਰੀਆਂ ਗੱਲਾਂ ਤੁਹਾਡੀ ਕੰਪਨੀ ਨੂੰ ਅਸੀਂ 88 ਸਵਾਲ ਦਿੱਤੇ ਸੀ, ਠੀਕ ਹੈ, ਔਰ ਉਹ 88 ਸਵਾਲਾਂ ਦਾ ਜਵਾਬ ਦੇਣ ਦਾ ਤੁਹਾਨੂੰ ਮੌਕਾ ਦਿੱਤਾ ਪੂਰਾ। ਕੰਪਨੀ ਤੁਹਾਡੀ ਕੁਝ ਨਹੀਂ ਕਹਿ ਰਹੀ, ਇਹਦਾ ਮਤਲਬ ਉਹਦੇ ਕੋਲ ਕੋਈ ਜਵਾਬ ਨਹੀਂ ਹੈ। ਇਹ ਸਵਾਲ ਹੁਣ ਸਰਕਾਰ ਤੇ ਛੁੱਟਦੇ ਨੇ, ਕਿਉਂਕਿ ਪੋਲੀਟੀਸ਼ੀਅਨ ਦਾ ਨਾਰਮਲ ਹੀ ਹੈ ਕਿ ਇਹਦਾ ਜਵਾਬ ਪੂਰੇ ਪੋਲਿਟਿਕਸ ਤੋਂ ਲਊਗਾ, ਉਹ ਸਰਕਾਰ ਤੋਂ ਲਊਗਾ, ਕਿਉਂਕਿ ਇਹ ਬਿਜ਼ਨਸ ਜਿਹੜੇ ਹੋ ਰਹੇ ਨੇ ਇਹ ਖਲਾਅ 'ਚ ਨਹੀਂ ਹੋ ਰਹੇ, ਕਿ ਇਹਦੀ ਉੱਚ ਪੱਧਰੀ ਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦਾ ਪੈਸਾ ਹੈ ਭਾਜੀ ਲੱਗਿਆ ਹੋਇਆ। ਤਾਂ ਅਡਾਨੀ ਸੋਚਦਾ ਸੀ ਕਿ ਅੱਜ ਮੈਂ ਦੁੱਧ ਤੇ ਮਲਾਈ ਇਕੱਠੀ ਕਰੂੰਗਾ, ਕਿ ਮੇਰੇ ਦੁੱਧ ਤੇ ਅੱਜ ਮੋਟੀ ਮਲਾਈ ਆਏਗੀ। ਪਰ ਪਤਾ ਲੱਗਿਆ, ਕਹਿੰਦੇ ਕਿ ਜਦੋਂ ਉਹਨੇ ਦੁੱਧ ਨੂੰ ਦੇਖਿਆ, ਤੱਤਾ ਕੀਤਾ, ਉਬਾਲਿਆ ਤਾਂ ਦੁੱਧ ਫਟ ਗਿਆ। ਜੀ ਹਾਂ, ਅੱਜ ਉਹਦੇ ਸ਼ੇਅਰ ਬਾਜ਼ਾਰ 'ਚ ਉਤਰਨ ਵਾਲੇ ਸੀ ਤੇ ਕਹਿੰਦੇ ਉਹਦਾ ਰੇਟ ਉਹਨੇ 3000 ਰੁਪਏ ਤੋਂ ਵੱਧ ਤੈਅ ਕੀਤਾ ਸੀ, ਪਰ ਉਹਦੇ ਆਪਣੇ ਹੀ ਸ਼ੇਅਰ ਬਾਜ਼ਾਰ 'ਚ ਇਸ ਕਦਰ ਗਿਰੇ ਕਿ ਉਹ 2000 ਤੋਂ ਵੀ ਥੱਲੇ ਚਲੇ ਗਏ। ਚਲੋ ਇਹ ਇੱਕ ਵੱਖਰਾ ਪਹਿਲੂ ਹੈ, ਪਰ ਜੇਕਰ ਮੈਂ ਇਸ ਹਵਾਲੇ ਨਾਲ ਚਰਚਾ ਕਰਨੀ ਹੋਵੇ ਆਪਣੇ ਮਾਹਿਰ ਮਹਿਮਾਨ ਹਮੀਰ ਸਿੰਘ ਭਾਜੀ ਨਾਲ, ਤਾਂ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਕੋਈ ਦੱਸਣਾ ਚਾਹੁੰਦਾ। ਕਹਿੰਦੇ ਇਸ ਮੌਕੇ ਅਡਾਨੀ ਦਾ ਜਿਹੜਾ 1.44 ਲੱਖ ਕਰੋੜ ਦਾ ਨੁਕਸਾਨ ਹੋ ਗਿਆ ਤੇ ਉਹਦੇ ਗਰੁੱਪ ਦੀ ਕੰਪਨੀਆਂ ਨੇ, ਜਿੰਨੀਆਂ ਅਡਾਨੀ ਗਰੁੱਪ ਦੀਆਂ ਜਿੰਨੀਆਂ ਕੰਪਨੀਆਂ ਨੇ, ਉਹਨਾਂ 'ਚ ਜਿੰਨਿਆਂ ਨੇ ਇਨਵੈਸਟਮੈਂਟ ਕੀਤਾ ਉਹਨਾਂ ਦਾ ਵੀ 2.75 ਲੱਖ ਕਰੋੜ ਡੁੱਬ ਗਏ। ਤੇ ਮਾਮਲਾ ਸਾਰਾ ਲੈ ਦੇ ਕੇ ਕਹਿੰਦੇ ਜੀ ਰਿਪੋਰਟ ਦਾ। ਤੇ ਇਸ ਰਿਪੋਰਟ ਦੇ ਹਵਾਲੇ ਨਾਲ ਜੇਕਰ ਗੱਲ ਕਰਨੀ ਹੋਵੇ ਤਾਂ ਅਮਰੀਕਾ ਦੀ ਜਿਹੜੀ ਇਹ ਰਿਪੋਰਟ, ਅਮਰੀਕਾ ਦੀ ਉਸ ਹੈਡਨਬਰਗ ਦੇ ਹਵਾਲੇ ਨਾਲ ਜਿਹੜੀ ਰਿਪੋਰਟ ਆਈ ਆ, ਉਸ ਹਵਾਲੇ ਨਾਲ ਕਹਿੰਦੇ ਜੀ ਲਗਾਤਾਰ ਸ਼ੇਅਰ ਡਿੱਗ ਰਹੇ ਨੇ। ਜਿਸ ਸਮੇਂ ਤੁਸੀਂ ਇਹ ਪੰਜਾਬ ਟੈਲੀਵਿਜ਼ਨ ਦੇਖ ਰਹੇ ਹੋ, ਉਸ ਸਮੇਂ ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਹਾਲਤ ਇਹ ਆ ਕਿ ਅੱਜ ਦੀ ਜੇਕਰ ਮੈਂ ਗ੍ਰਾਫਟ ਦੀ ਗੱਲ ਕਰਾਂ ਤਾਂ ਅਡਾਨੀ ਟਰਾਂਸਮਿਸ਼ਨ 20% ਥੱਲੇ ਚਲੇ ਗਏ, 20% ਸ਼ੇਅਰ ਗਿਰ ਗਏ। ਇਸੇ ਤਰ੍ਹਾਂ ਅਡਾਨੀ ਪੋਰਟਸ ਦੇ 24% ਸ਼ੇਅਰ ਡਿੱਗ ਗਏ। ਇਸੇ ਤਰ੍ਹਾਂ ਅਡਾਨੀ ਟੋਟਲ ਗੈਸ ਦੇ 20% ਸ਼ੇਅਰ ਡਿੱਗ ਗਏ। ਇਸੇ ਤਰ੍ਹਾਂ ਗ੍ਰੀਨ એનર્ਜੀ ਦੇ ਵੀ ਉਹਦੇ ਸ਼ੇਅਰ 20% ਡਿੱਗ ਗਏ। ਹੋਰ ਛੱਡੋ, ਅਡਾਨੀ ਜਿਹੜਾ ਸੀਮੈਂਟ ਹੈ, ਉਹੂਜਾ ਸੀਮੈਂਟ ਜਿਸ ਪਰ ਉਹਦਾ ਕੰਟਰੋਲ ਆ, ਉਹਦੇ ਵੀ 21.90% ਕਰੀਬ 22% ਸ਼ੇਅਰ ਡਿੱਗ ਗਏ। ਤੇ ਇਸੇ ਤਰ੍ਹਾਂ ACC, ਇਸੇ ਤਰ੍ਹਾਂ NDTV, ਸਾਰੀਆਂ ਪਿਛਲੇ 5 ਦਿਨਾਂ ਤੋਂ ਗ੍ਰਾਫਟ ਜਾਰੀ ਆ। ਪਰ ਅੱਜ ਰਿਕਾਰਡ ਤੋੜ ਹੋਇਆ ਤੇ ਇਹਦੇ ਪਿੱਛੇ ਰਿਪੋਰਟ ਆ। ਪਰ ਰਿਪੋਰਟ ਕੀ ਹੈ ਤੇ ਰਿਪੋਰਟ ਸਾਹਮਣੇ ਲਿਆਉਣ ਵਾਲਾ ਵਿਅਕਤੀ ਕੀ ਹੈ, ਇਹਦੇ ਨਾਲ ਭਾਰਤ ਦੀ ਅਰਥ ਵਿਵਸਥਾ, ਇਹਨਾਂ ਦੀਆਂ ਕੰਪਨੀਆਂ ਜਾਂ ਅਡਾਨੀ ਵਰਗੇ ਸਮੂਹ ਤੇ ਕੀ ਅਸਰ ਪੈਣਾ, ਰਾਜਨੀਤੀ ਤੇ ਕੀ ਅਸਰ ਪੈਣਾ, ਸਾਰੇ ਪਹਿਲੂਆਂ ਤੇ ਕਰਾਂਗੇ ਚਰਚਾ ਕਰਨ ਲਈ ਮੇਰਾ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਅਡਾਨੀ ਸੋਚ ਰਿਹਾ ਸੀਗਾ ਕਿ ਲੈ ਵੀ ਅੱਜ ਮੇਰੇ ਮਾਰਕੀਟ ਸ਼ੇਅਰ ਆਉਣੇ ਆ ਤੇ ਲੋਕਾਂ ਨੇ ਆਪ ਮਾਰੇ ਇਸ ਕਦਰ ਖਰੀਦਣੇ ਆ ਕਿ ਮੇਰਾ ਸਾਰਾ ਜਿਹੜਾ ਕਰਜ਼ਾ ਲੈ ਜਾਣਾ। ਪਰ ਜਿਹੜੀ ਰਿਪੋਰਟ ਆਈ ਉਹਨੂੰ ਤਾਂ ਤੱਥ ਖੋਲ ਕੇ ਰੱਖਤੇ ਕਿ ਭਾਈ ਇਹ ਤਾਂ ਅਰਬਾਂ ਖਰਬਾਂ ਦਾ ਕਰਜ਼ਈ ਹੈ ਤੇ ਤੁਹਾਡੇ ਸਿਰ ਤੋਂ ਬਚਣ ਨੂੰ ਫਿਰਦਾ। ਤੇ ਉਹਦਾ ਅਸਰ ਇਹ ਹੋਇਆ ਕਿ ਉਹ ਸ਼ੇਅਰ ਮਾਰਕੀਟ 'ਚ ਬੁਰੀ ਤਰ੍ਹਾਂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਡਿੱਗੇ। ਸੋ ਇਹ ਰਿਪੋਰਟ ਕੀ ਹੈ ਤੇ ਇਹਦੇ ਪਿੱਛੇ ਰਿਪੋਰਟ ਲਿਆਉਣ ਵਾਲਾ ਬੰਦਾ ਕੌਣ ਹੈ, ਕੀ ਹੈ, ਉਹ ਸਾਰਾ ਸਮਝਾਓ ਸਾਨੂੰ।
ਅਸਲ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਕਿਹਦੀ ਰਿਪੋਰਟ ਹੈ ਤੇ ਕਦੋਂ ਇਹ ਕੋਈ ਕੰਪਨੀ ਹੈ, ਕੋਈ ਇੰਸਟੀਟਿਊਸ਼ਨ ਹੈ, ਕੀ ਹੈ। ਇਹ ਇੱਕ 2017 ਦੇ ਵਿੱਚ ਇੱਕ ਕੰਪਨੀ ਰਜਿਸਟਰਡ ਹੁੰਦੀ ਹੈ ਰਿਸਰਚ ਦੇ ਤੌਰ ਤੇ, ਜਿਹਨੇ ਕੰਮ ਕਰਨਾ ਬਿਜ਼ਨਸ ਖੇਤਰ ਦੇ ਵਿੱਚ ਜੀ। ਉਹਦਾ ਮੋਟਿਵ ਇਹ ਹੈ ਕਿ ਜਿਹੜੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ, ਇਹ ਜਿਹੜੇ ਸੰਬੰਧਿਤ ਦੇਸ਼ਾਂ ਦੇ ਨਾਰਮ ਨੇ, ਰੂਲਸ ਨੇ, ਰੈਗੂਲੇਸ਼ਨਸ ਨੇ, ਕੀ ਉਹਨਾਂ ਨੂੰ ਵਾਇਲੇਟ ਕਰਕੇ, ਫਰਾਡ ਕਰਕੇ ਕਿੰਨੇ ਕੰਮ ਕਰਦੀਆਂ ਨੇ, ਕਿੰਨੇ ਨਹੀਂ, ਇਹਦੇ ਤੇ ਉਹ ਖੋਜ ਕਰਦੀਆਂ ਲਗਾਤਾਰ। ਔਰ ਇਹਦਾ ਨਾਮ ਉਹਨਾਂ ਨੇ ਰੱਖਿਆ ਹਿੰਡਨਬਰਗ, ਜਿਹੜੀ ਇੱਕ ਫਾਊਂਡੇਸ਼ਨ ਹੈ ਉਹਦੇ ਨਾਲ ਜੋੜ ਕੇ। ਠੀਕ ਹੈ ਜੀ। ਔਰ ਇਹਦੇ ਲਈ ਇੱਕ ਜਿਹੜੇ ਮੇਨ ਇਹਦੇ ਸੰਚਾਲਕ ਨੇ ਉਹ ਨਾਥਨ ਐਂਡਰਸਨ, ਠੀਕ ਹੈ, ਉਹ ਵੀ ਬਿਜ਼ਨਸ ਦੇ ਐਕਸਪਰਟ ਨੇ ਔਰ ਉਹਨਾਂ ਦੀ ਟੋਟਲ ਐਜੂਕੇਸ਼ਨ ਜਿਹੜੀ ਆ ਉਹ ਹਾਇਰ ਬਿਜ਼ਨਸ ਦੇ ਨਾਲ ਜੁੜੀ ਹੋਈ ਹੈ। ਮਤਲਬ ਇਹਨਾਂ ਦੀਆਂ ਬਰੀਕੀਆਂ ਨੂੰ ਉਹ ਸਮਝਦੇ ਨੇ। ਹੁਣ ਉਹਨਾਂ ਨੇ ਅਡਾਨੀ ਦੇ ਮਾਮਲੇ ਦੇ ਵਿੱਚ ਇੱਕ ਅਡਾਨੀ ਦੀਆਂ ਕੰਪਨੀਆਂ, ਗੌਤਮ ਅਡਾਨੀ ਸਭ ਨੂੰ ਪਤਾ ਹੈ, ਬਹੁਤ ਚਰਚਿਤ ਨਾਂ ਹੈ, ਖਾਸ ਤੌਰ ਤੇ ਕਿਸਾਨ ਅੰਦੋਲਨ ਚ ਵੀ ਲੋਕਾਂ ਨੇ ਸੁਣਿਆ। ਬਾਕੀ ਵੀ ਅਡਾਨੀ ਤੇ ਅੰਬਾਨੀ, ਫਿਰ ਉਹ ਚੰਦ ਦਿਨਾਂ ਚ ਅਡਾਨੀ ਬੜਿਆ ਵਧੀਆ ਵੀ ਬਹੁਤ ਉੱਪਰ ਹੈ ਨਾ, ਉਹ ਦੋਨੇ ਨਾਮ ਜਾਣੇ ਜਾਂਦੇ ਨੇ। ਔਰ ਕਿਹਾ ਜਾਂਦਾ ਕਿ ਖਾਸ ਤੌਰ ਤੇ ਅਡਾਨੀ ਤਾਂ 2014 ਤੋਂ ਬਾਅਦ ਪ੍ਰਾਈਮ ਮਿਨਿਸਟਰ ਜਦੋਂ ਗੁਜਰਾਤ ਤੋਂ ਆਏ ਨਰਿੰਦਰ ਮੋਦੀ, ਉਸ ਤੋਂ ਬਾਅਦ ਬਹੁਤ ਤੇਜ਼ੀ ਨਾਲ ਮਤਲਬ ਵਧੇ ਨੇ ਉਹਦੇ ਵੱਖ-ਵੱਖ, ਔਰ ਉਹਦਾ ਦਾਇਰਾ ਆਲੇ ਦੁਆਲੇ ਵੀ ਖਿਲ ਰਿਹਾ ਤੇ ਬਾਕੀ ਵੀ ਉਹਦੀ ਆਮਦਨ ਓਵਰਆਲ ਵਧੀ ਹੈ। ਹੁਣ ਇਹ ਰਿਪੋਰਟ ਕੀ ਕਹਿੰਦੀ ਹੈ? ਪਹਿਲਾਂ ਤਾਂ ਸਵਾਲ ਇਹ ਹੈ ਜੀ, ਇਹ ਰਿਪੋਰਟ ਇਹ ਕਹਿ ਰਹੀ ਹੈ ਕਿ ਅਡਾਨੀ ਦੀਆਂ ਜਿਹੜੀਆਂ ਡਿਫਰੈਂਟ ਕੰਪਨੀਆਂ ਨੇ, ਇਹਨਾਂ ਨੇ ਵੱਖ-ਵੱਖ ਨਿਯਮਾਂ ਨੂੰ ਤਾਕ ਤੇ ਰੱਖ ਕੇ ਇੱਕ ਤਾਂ ਵੱਡੇ ਕਰਜ਼ੇ ਉਹੀ ਲੈ ਲਏ ਜਿਹੜੇ ਰਿਐਲਿਟੀ ਨੂੰ ਸਮਝੇ ਬਿਨਾ, ਔਰ ਉਹ ਵੱਡੇ ਪੱਧਰ ਤੇ ਲਏ। ਇੱਕ ਇਸ ਲੈਵਲ ਦੀ ਹਾਈਪ ਕ੍ਰੀਏਟ ਕੀਤੀ, ਇਸ ਲੈਵਲ ਦੀਆਂ ਚੀਜ਼ਾਂ ਕੀਤੀਆਂ ਕਿ ਮੈਂ ਇੰਨੇ ਪੈਸੇ ਵਾਲੀ ਇੰਨੀਆਂ ਚੀਜ਼ਾਂ ਨੇ, ਔਰ ਰਿਐਲਿਟੀ ਚੋਂ ਨਹੀਂ ਸੀ। ਔਰ ਇਹਦਾ ਮਤਲਬ ਇਹ ਹੁੰਦਾ ਕਿ ਜਿਹੜੇ ਸ਼ੇਅਰ ਲੋਕ ਲਾਉਂਦੇ ਨੇ ਜਾਂ ਬਾਕੀ ਦੇ ਲੋਕ ਨੇ ਜਾਂ ਪੂਰੇ ਸਟੇਟ ਦੇ ਰੂਲਸ ਰੈਗੂਲੇਸ਼ਨ ਨੇ, ਉਹਨੂੰ ਸਾਈਡਲਾਈਨ ਕਰਕੇ ਜਦੋਂ ਤੁਸੀਂ ਇੱਕ ਵੱਡਾ ਕੰਮ ਕਰਦੇ ਹੋ, ਵੱਡਾ ਦਿਖਾਉਂਦੇ ਹੋ, ਤੇ ਉਹ ਇਹ ਹੋ ਜਾਂਦਾ ਕਿ ਫਿਰ ਉਹ ਦਿਖਾਈ ਦਿੰਦਾ ਬਹੁਤ ਵੱਡਾ, ਰਿਐਲਿਟੀ ਚ ਓਡਾ ਵੱਡੀਆਂ ਚੀਜ਼ਾਂ ਨਹੀਂ ਹੁੰਦੀਆਂ। ਉਹਦੇ ਚ ਖਤਰਾ ਇਹ ਹੁੰਦਾ ਕਿ ਜਿੰਨਾ ਉਹ ਕਹਿੰਦੇ ਕਰਜ਼ਾ ਹੈਗਾ, ਉਹਦੇ ਅਗੇਂਸਟ ਤੁਹਾਡੇ ਕੋਲ ਉਨੀਆਂ ਚੀਜ਼ਾਂ, ਪ੍ਰਾਪਰਟੀ ਜਾਂ ਬਾਕੀ ਨਹੀਂ ਹੁੰਦੀਆਂ, ਤੇ ਕਾਫੀ ਚੀਜ਼ਾਂ ਡੁੱਬਣ ਦੇ ਖਤਰੇ ਰਹਿੰਦੇ ਨੇ। ਔਰ ਇਸੇ ਕਰਕੇ ਇਹ ਇੱਕ ਟਿੱਪਣੀ ਹੈ ਮਤਲਬ ਉਸ ਕੰਪਨੀ ਦੀ। ਉਸ ਕੰਪਨੀ ਨੂੰ ਚੈਲੰਜ ਵੀ ਕੀਤਾ ਇਹਨਾਂ ਦੀ, ਮਤਲਬ ਅਡਾਨੀ ਦੀ ਜਿਹੜੇ ਕੰਪਨੀ ਹੈ, ਐਗਜ਼ੈਕਟਿਵ ਅਫਸਰ ਦਫ਼ਤਰ ਹੈ, ਉਹਨੇ ਕੀਤਾ ਕਿ ਅਸੀਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਂਗੇ। ਅਮਰੀਕਾ ਦੀ ਕੰਪਨੀ ਨੂੰ ਚੈਲੰਜ ਕੀਤਾ। ਹਾਂ, ਇਹ ਅਮਰੀਕਾ ਦੀ ਕੰਪਨੀ, ਉਹਨੂੰ ਚੈਲੰਜ ਕੀਤਾ ਇਹਨਾਂ ਨੇ ਕਿ ਤੁਹਾਡੇ ਤੇ ਕਾਨੂੰਨੀ ਕਾਰਵਾਈ ਅਸੀਂ, ਤੁਸੀਂ ਸਾਡਾ ਪੱਠਾ ਵਟਾਤਾ, ਤੁਸੀਂ ਕੀਤਾ, ਜਾਂ ਮਾਫੀ ਮੰਗੋ ਤੇ ਜਾਂ ਇਹਨੂੰ ਸਾਰੇ ਨੂੰ ਵਿਡਰਾ ਕਰੋ ਆਪਣੀ ਰਿਪੋਰਟ ਨੂੰ, ਨਹੀਂ ਤਾਂ ਲੀਗਲ ਐਕਸ਼ਨ ਲਈ ਤਿਆਰ ਹੋ ਜਾਓ। ਅੱਛਾ ਜੀ। ਪਰ ਮੋੜਵੇਂ ਰੂਪ ਦੇ ਵਿੱਚ ਉਹ ਕੰਪਨੀ ਕੀ ਕਹਿੰਦੀ ਹੈ, ਮਹੱਤਵਪੂਰਨ ਗੱਲ, ਉਹ ਕਹਿੰਦੇ ਅਸੀਂ ਆਪਣੀ ਰਿਪੋਰਟ ਤੇ ਕਾਇਮ, ਤੁਸੀਂ ਕਰਨਾ ਆਓ ਯੂਐਸ ਚ ਮੁਕੱਦਮਾ ਕਰੋ ਸਾਡੇ ਤੇ, ਮੈਰਿਟ ਤੇ ਫੈਸਲੇ ਹੋਣਗੇ। ਔਰ ਨਾਲ ਉਹਨੇ ਇਹ ਕਿਹਾ ਕਿ ਸਾਰੀਆਂ ਗੱਲਾਂ ਦੇ ਤੁਹਾਡੀ ਕੰਪਨੀ ਨੂੰ ਅਸੀਂ 88 ਸਵਾਲ ਦਿੱਤੇ ਸੀ। ਠੀਕ ਹੈ। ਔਰ ਉਹ 88 ਸਵਾਲਾਂ ਦਾ ਜਵਾਬ ਦੇਣ ਦਾ ਤੁਹਾਨੂੰ ਮੌਕਾ ਦਿੱਤਾ ਪੂਰਾ। ਕੰਪਨੀ ਤੁਹਾਡੀ ਕੁਝ ਨਹੀਂ ਕਹਿ ਰਹੀ, ਇਹਦਾ ਮਤਲਬ ਉਹਦੇ ਕੋਲ ਕੋਈ ਜਵਾਬ ਨਹੀਂ ਹੈ। ਅੱਛਾ, 88 ਚੋਂ ਇੱਕ ਵੀ ਜਵਾਬ ਨਹੀਂ ਭੇਜਿਆ? ਕੋਈ ਜਵਾਬ ਨਹੀਂ ਭੇਜਿਆ। ਇਹਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਕੋਈ ਸਾਹਮਣੇ ਮੌਕਾ ਦੇ ਦਿੰਦਾ, ਇਟ ਮੀਨ ਵੀ ਮੈਂ ਤੁਹਾਨੂੰ ਪੂਰਾ ਮੌਕਾ ਦਿੱਤਾ ਆਪਣੀ ਗੱਲ ਕਹਿਣ ਦਾ, ਜੇ ਤਾਂ ਮੈਂ ਰਿਪੋਰਟ ਇਸ ਲਈ ਉਹ ਕੀਤੀ ਹੋਵੇ ਤਾਂ ਹੈ। ਤਾਂ ਇੱਕ ਗੱਲ ਉਹ ਜਿਹੜੇ ਸੰਬੰਧਿਤ ਕੰਪਨੀ ਦੀ ਹੈ, ਇੱਕ ਹੱਦ ਤੱਕ ਉਹ ਕਮਜ਼ੋਰੀ ਸਾਹਮਣੇ ਆ ਜਾਂਦੀ ਹੈ ਇੱਕ ਲੈਵਲ ਦੀ ਨਾ, ਔਰ ਉਹ ਖੜੇ ਹੋਏ ਨੇ ਇਸ ਪੱਧਰ ਦੇ ਉੱਤੇ। ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਉਹ ਤਾਂ ਖੜੇ ਨੇ, ਤੇ ਘਾਟਿਆਂ ਦਾ ਜਿਹੜਾ ਸਵਾਲ ਹੈ, ਤੁਸੀਂ ਇਹ ਗੱਲ ਕੀਤੀ, ਇਸ ਲੈਵਲ ਦੇ ਵੱਖ-ਵੱਖ ਲੋਕ ਵੱਖ-ਵੱਖ ਅੰਦਾਜ਼ੇ ਲਾ ਰਹੇ ਨੇ ਕਿੰਨਾ ਘਾਟਾ। ਹਾਂਜੀ, ਇਹ ਘਾਟਾ 1,13-14,000 ਕਰੋੜ ਤੋਂ ਪੌਣੇ 3 ਲੱਖ ਕਰੋੜ ਤੱਕ, ਜਿਹੜੀ ਕੈਪੀਟਲਸ ਦੇ ਵਿੱਚ ਹੁੰਦੀ ਹੈ ਨਾ, ਪੂੰਜੀ ਮਾਰਕੀਟ ਦੇ ਵਿੱਚ ਜੋ ਤੁਸੀਂ ਸੁੱਟਣੀ ਹੁੰਦੀ ਹੈ, ਆਲੇ-ਦੁਆਲੇ ਜਾਂਦੀ ਹੈ, ਉਹਦੇ ਮਾਮਲੇ ਦੇ ਵਿੱਚ। ਖੈਰ, ਉਹ ਚਲਦੀ ਰਹੂਗੀ। ਘਾਟਾ ਕਿੰਨਾ ਪੈਂਦਾ ਕਿੰਨਾ ਨਹੀਂ, ਬਹੁਤ ਵੱਡੇ ਪੱਧਰ ਦੇ ਉੱਤੇ ਜੇਕਰ ਇਹ ਹੁੰਦਾ, ਨੁਕਸਾਨ ਦੀ ਭਰਪਾਈ ਕਰਨ ਦੀ ਟਰਾਈ ਹੁੰਦੀ ਹੈ। ਹੁਣ ਇਹ ਮਾਮਲਾ ਸਾਡੇ ਦੇਸ਼ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਤਲਬ ਉਸ ਪੱਧਰ ਤੇ ਨਹੀਂ ਉੱਭਰ ਰਿਹਾ। ਉਸ ਪੱਧਰ ਤੇ ਤਾਂ ਨਹੀਂ ਉੱਭਰ ਰਿਹਾ ਕਿਉਂਕਿ ਮੀਡੀਆ ਦਾ ਬਹੁਤ ਵੱਡਾ ਹਿੱਸਾ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ ਨਾ, ਵੱਡੇ ਕਾਰਪੋਰੇਟ ਦੇ ਕੰਟਰੋਲ ਦੇ ਵਿੱਚ। ਔਰ ਵੱਡੇ ਕਾਰਪੋਰੇਟ ਦੇ ਕੰਟਰੋਲ ਦੇ ਵਿੱਚ ਹੋਣ ਕਰਕੇ ਐਨਡੀਟੀਵੀ ਦਾ ਤਾਂ ਹੁਣੇ ਜੇ ਰੌਲਾ ਚੱਲਿਆ, ਤਾਜ਼ਾ ਚੱਲਿਆ। ਔਰ ਕਿਸੇ ਦਾ ਮੈਂ ਪੜ੍ਹ ਰਿਹਾ ਸੀਗਾ ਟਵੀਟ ਦੇ ਵਿੱਚ ਇਹ ਵੀ ਲਿਖਿਆ ਕਿ ਐਨਡੀਟੀਵੀ ਦੇ ਵਿੱਚ ਜਿਹੜੀ ਹਿੰਡਨਬਰਗ ਰਿਪੋਰਟ ਹੈ, ਹੈਂਡਨਬਰਗ ਦੀ ਰਿਪੋਰਟ ਹੈ, ਉਹ ਤਾਂ ਹੈਗੀ, ਪਰ ਕਿਤੇ ਅਡਾਨੀ ਦਾ ਨਾਂ ਨਹੀਂ ਹੈ ਉਸ ਰਿਪੋਰਟ ਦੇ ਵਿੱਚ। ਅੱਛਾ, ਪਾਇਆ ਹੋਇਆ ਜਿਹੜੀਆਂ ਚੀਜ਼ਾਂ ਉਹਦਾ ਜ਼ਿਕਰ ਨਹੀਂ, ਉਹਦੇ ਤੋਂ ਪਤਾ ਲੱਗ ਜਾਂਦਾ। ਉਹਦਾ ਕਹਿਣਾ ਇਹ ਹੈ ਵੀ ਉਹ ਤੋਂ ਪਤਾ ਲੱਗ ਜਾਂਦਾ ਮਲਕੀਅਤ ਦਾ ਕੀ ਅਸਰ ਪਿਆ, ਜਿੱਥੇ ਵੀ ਮਾਲਕ ਹੋਣ ਦਾ ਕੀ ਪਤਾ ਨਹੀਂ। ਉਹ ਟਵੀਟ ਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ, ਪਰ ਉਹ ਟਵੀਟ ਇੱਕ ਠੀਕ ਠਾਕ ਜਰਨਲਿਸਟ ਨੇ ਲਿਖਿਆ ਹੋਇਆ। ਠੀਕ ਹੈ ਜੀ। ਔਰ ਉਹਦੇ ਚ ਅਗਲੀ ਗੱਲ ਇਹ ਹੈ ਕਿ ਹੁਣ ਇਹ ਮਾਮਲਾ ਪੋਲੀਟੀਕਲ ਰੰਗਤ ਵੀ ਇੱਕ ਲੈਵਲ ਦਾ ਲੈਂਦਾ ਜਾ ਰਿਹਾ। ਠੀਕ ਹੈ ਜੀ। ਕਾਂਗਰਸ ਦਾ ਜਿਹੜਾ ਜਨਰਲ ਸੈਕਟਰੀ, ਜਿਹੜੇ ਇਹਦੀ
ਰਾਹੁਲ ਗਾਂਧੀ ਦੀ ਯਾਤਰਾ ਨੂੰ ਜਿਹਦਾ ਪਲਾਨ ਕਰਨ ਚ ਮੇਨ ਰੋਲ ਹੈ ਜੈਰਾਮ ਰਮੇਸ਼, ਹੂੰ ਉਹਨੇ ਬਿਆਨ ਦਿੱਤਾ ਹੈ, ਉਹਦੀ ਇੱਕ ਟਿੱਪਣੀ ਆਈ ਹੈ। ਹਾਂਜੀ ਉਹ ਕਹਿੰਦੇ ਕਿਉਂਕਿ ਅਡਾਨੀ ਦੇ ਬਾਰੇ ਸਾਰੇ ਦੁਨੀਆ ਜਾਣਦੀ ਹੈ, ਸਾਡਾ ਦੇਸ਼ ਦੇ ਨਾਗਰਿਕ ਤਾਂ ਪੱਕੇ ਜਾਣਦੇ ਨੇ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਨੇੜਲੇ ਦੋਸਤ ਖਾਸ ਨੇ, ਔਰ ਇਸੇ ਕਰਕੇ ਉਹਨਾਂ ਨੂੰ ਬਹੁਤ ਵਾਰ ਪ੍ਰਧਾਨ ਮੰਤਰੀ ਤਾਂ ਜਹਾਜ਼ ਦੇ ਵਿੱਚ ਇਕੱਠੇ ਗਏ ਸੀ, ਆਸਟ੍ਰੇਲੀਆ ਦੇ ਵਿੱਚ ਵੀ ਉਹਨਾਂ ਨੂੰ ਇੱਕ ਵਾਰ ਉਹ ਦਿਵਾਉਣ ਗਏ ਸੀਗੇ ਜਿਹੜਾ ਉੱਥੇ ਦਾ ਕੰਪਨੀ ਦਾ ਕੰਟਰੈਕਟ ਜਾਂ ਕੁਝ ਹੋਰ। ਔਰ ਇਸ ਸਾਰੇ ਮਾਮਲੇ ਦੇ ਵਿੱਚ ਉਹ ਇਹ ਕਹਿੰਦੇ ਨੇ ਹੁਣ ਇਹ ਦੇਖਣਾ ਹੋਊਗਾ, ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਇਸ ਰਿਸਰਚ ਰਿਪੋਰਟ ਤੋਂ ਬਾਅਦ ਜਾਂਚ ਕਰਾਏਗੀ ਇਹਦੀ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਹੇਰਾ ਫੇਰੀਆਂ ਹੋਈਆਂ ਨੇ ਜਾਂ ਬਾਕੀ ਨੇ, ਔਰ ਜਿਵੇਂ ਬਾਕੀ ਲੋਕਾਂ ਦੀ ਜਾਂਚ ਹੁੰਦੀ ਹੈ ਨਾ, ਕਿਸੇ ਦੀ ਈਡੀ, ਕਿਸੇ ਦੀ ਜਿਹੜੀ ਬਾਹਰੋਂ ਪੈਸਾ ਆਉਂਦਾ ਜਾਂ ਇਧਰੋਂ ਪੈਸਾ ਆਉਂਦਾ ਫਰਾਡ ਦੇ ਮਾਮਲੇ ਜਿੰਨਿਆਂ ਚ ਵੀ ਜਿੰਨੀਆਂ ਏਜੰਸੀਆਂ ਸਾਡੇ ਹੈਗੀਆਂ ਨੇ ਸਟਾਕ ਮਾਰਕੀਟ ਦੀਆਂ ਬਾਕੀ ਹੋਰ ਸਾਰੇ, ਉਹਨਾਂ ਨਾਲ ਰਿਲੇਟਡ ਕੀ ਆਰਬੀਆਈ ਇਹਦੇ ਤੇ ਦੀ ਕੋਈ ਜਾਂਚ ਕਰੂਗੀ ਜਾਂ ਕੌਣ ਕਰੇਗੀ? ਔਰ ਇਹ ਸਵਾਲ ਹੁਣ ਸਰਕਾਰ ਤੇ ਛੁੱਟਦੇ ਨੇ ਕਿਉਂਕਿ ਪੋਲੀਟੀਸ਼ੀਅਨ ਦਾ ਨਾਰਮਲ ਹੀ ਹੈ ਕਿ ਇਹਦਾ ਜਵਾਬ ਪੂਰੇ ਪੋਲਿਟਿਕਸ ਤੋਂ ਲਊਗਾ, ਉਹ ਸਰਕਾਰ ਤੋਂ ਲਊਗਾ, ਕਿਉਂਕਿ ਇਹ ਬਿਜ਼ਨਸ ਜਿਹੜੇ ਹੋ ਰਹੇ ਨੇ ਇਹ ਖਲਾਅ ਚ ਨਹੀਂ ਹੋ ਰਹੇ। ਇਹਨਾਂ ਜਿਹੜੇ ਬਿਜ਼ਨਸਾਂ ਦਾ ਅਸਰ ਵੱਡੇ ਤੋਂ ਲੈ ਕੇ ਛੋਟੇ ਸਭ ਬੰਦਿਆਂ ਤੇ ਪੈ ਰਿਹਾ ਬਿਲਕੁਲ ਪੂਰੇ ਜੀਵਨ ਤੇ ਪੈ ਰਿਹਾ, ਖਾਸ ਤੌਰ ਤੇ ਜਦੋਂ ਐਡੀਆਂ ਵੱਡੀਆਂ ਕੰਪਨੀਆਂ ਨੇ। ਸਮੁੱਚੀ ਅਰਥਵਿਵਸਥਾ ਤਾਂ ਪੈ ਹੀ ਰਿਹਾ ਨਾ, ਬਹੁਤ ਵੱਡਾ ਹੈ, ਉਹਦੇ ਹਰ ਖੇਤਰ ਚ ਕੰਪਨੀ, ਬਿਜਲੀ ਦਾ ਖੇਤਰ ਹੋਵੇ, ਟਰਾਂਸਪੋਰਟ ਦਾ ਖੇਤਰ ਹੋਵੇ, ਬੰਦਰਗਾਹਾਂ ਦਾ ਖੇਤਰ ਹੋਵੇ, ਹਵਾਈ ਉਹਦਾ ਖੇਤਰ ਹੋਵੇ, ਗੈਸ ਦਾ ਖੇਤਰ ਹੋਵੇ, ਮਤਲਬ ਕੋਈ ਹੈ ਹੀ ਨਹੀਂ ਜਿਹੜਾ ਕੋਈ ਚੀਜ਼ ਛੱਡੀ ਹੋਈ ਹੈ ਇਸ ਲੈਵਲ ਤੇ। ਤਾਂ ਉਹਦੇ ਚ ਜੇ ਫਰਾਡ ਦਿਖਾਈ ਦਿੰਦਾ ਜਾਂ ਸ਼ੱਕ ਹੁੰਦਾ ਫਰਾਡ ਦਾ, ਤਾਂ ਕਿੰਨੇ ਲੋਕਾਂ ਦਾ ਜਿਹੜਾ ਡਰ ਦਿਮਾਗਾਂ ਦੇ ਵਿੱਚ ਘਰ ਕਰ ਜੂਗਾ ਕਿ ਇਸ ਲੈਵਲ ਦੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ। ਇੱਕ ਗੱਲ ਉਹ ਵਾਜਬ ਹੈ ਉਹਨਾਂ ਦੀ, ਮੈਨੂੰ ਤਾਂ ਲੱਗਦਾ ਕਿ ਇਹ ਡਿਮਾਂਡ 'ਚ ਦਮ ਹੈ, ਇਹ ਮੰਗ 'ਚ ਦਮ ਹੈ ਕਿ ਇਹਦੀ ਉੱਚ ਪੱਧਰੀ ਤੇ ਪਾਰਦਰਸ਼ੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ, ਤਾਂ ਕਿ ਲੋਕਾਂ ਦਾ ਪੈਸਾ ਹੈ ਭਾਜੀ ਲੱਗਿਆ ਹੋਇਆ, ਤਾਂ ਲੋਕਾਂ ਦਾ ਪੈਸਾ ਲੱਗਿਆ, ਆਮ ਲੋਕਾਂ ਦਾ ਲੱਗਿਆ ਹੋਇਆ। ਨਾਰਮਲੀ ਇਸੇ ਹੀ ਕਹਿੰਦੇ ਨੇ ਕਿ ਜਦੋਂ ਹਰਸ਼ਦ ਮਹਿਤਾ ਵਾਲਾ ਇੱਕ ਕਾਂਡ ਹੋਇਆ ਸੀ ਸ਼ੇਅਰਾਂ ਦਾ ਜਿਹੜਾ ਮਾਮਲਾ ਸੀ, ਹਾਲਾਂਕਿ ਉਦੋਂ ਐਡਾ ਵੱਡਾ ਨਹੀਂ ਸੀ, ਲੱਖਾਂ ਕਰੋੜਾਂ 'ਚ ਨਹੀਂ ਸੀ ਹੁੰਦਾ, ਉਹ ਹਜ਼ਾਰਾਂ 'ਚ ਹਜ਼ਾਰਾਂ ਕਰੋੜਾਂ ਦੇ ਵਿੱਚ ਮਾਮਲਾ 50,000 ਕਰੋੜ 55,000 ਕਰੋੜ, ਪਰ ਉਹਦੇ ਚ ਵੀ ਤੁਸੀਂ ਦੇਖੋਗੇ ਸ਼ੇਅਰ ਮਾਰਕੀਟ ਦੇ ਵਿੱਚ ਕਿੰਨਾ ਵੱਡਾ ਜੁਗਾੜ ਕਰਕੇ ਹਰਸ਼ਦ ਮਹਿਤਾ ਲੈ ਗਿਆ ਲੁੱਟ ਕੇ, ਤੇ ਕਿੰਨੇ ਲੋਕਾਂ ਦਾ ਪੈਸਾ ਮਾਰਿਆ ਗਿਆ, ਕਿੰਨੇ ਲੋਕਾਂ ਦਾ ਕੀ ਕੀਤਾ, ਇਹ ਸਭ ਦੇ ਸਾਹਮਣੇ ਹੈ। ਬਿਲਕੁਲ। ਔਰ ਹੋਰ ਕਈ ਕੰਪਨੀਆਂ ਦੇ ਵਿੱਚ ਵੀ ਪਿਛਲੇ ਦਿਨ ਆਈ ਸੀ, ਐਡੀ ਕੰਪਨੀ ਉਹ ਨਹੀਂ ਸੀ ਚਾਹੇ ਬੰਬੇ ਦੇ ਕੋਆਪਰੇਟਿਵ ਬੈਂਕ ਦਾ ਮਾਮਲਾ ਆਇਆ ਸੀ, ਕਿੰਨੇ ਲੋਕਾਂ ਦਾ ਵਿਚਾਰਿਆਂ ਦਾ ਰੋਜੀ ਰੋਟੀ ਜਿਨ੍ਹਾਂ ਦਾ ਪੈਸਾ ਸੀ ਉਹਦੇ ਚ ਡੁੱਬ ਗਿਆ ਸੀ। ਇਸੇ ਕਰਕੇ ਇਹ ਸਵਾਲ ਵੀ ਆਉਂਦਾ ਹੈ ਜਦੋਂ ਗਵਰਨਮੈਂਟ ਸਾਹਮਣੇ ਇਹ ਸਵਾਲ ਆਇਆ ਵੀ ਜੇ ਐ ਕੰਪਨੀਆਂ ਪੈਸੇ ਡੁੱਬ ਜਾਣ ਤੇ ਕੰਪਨੀਆਂ ਬੈਂਕਾਂ ਦੇ ਪੈਸੇ ਨਾ ਦੇਣ, ਬੈਂਕਾਂ ਵੀ ਡੁੱਬ ਜਾਣ ਤਾਂ ਕੀ ਕਰੋਗੇ? ਪਿੱਛੇ ਜੇ ਇੱਕ ਬਿੱਲ ਲਿਆ ਰਹੇ ਸੀ ਇਹ ਨਾ ਵੀ 1 ਲੱਖ ਰੁਪਏ ਤੱਕ ਤਾਂ ਤੁਹਾਨੂੰ ਮਿਲ ਜੂਗਾ, ਬਾਕੀ ਨਹੀਂ ਮਿਲੂਗਾ, ਜਾਂ ਲੋਕਾਂ ਦਾ ਭਰੋਸਾ ਉੱਠਣਾ ਸ਼ੁਰੂ ਹੋਇਆ ਸੀ, ਬਹੁਤ ਔਖਾ ਭਰੋਸਾ ਉਹਨਾਂ ਨੂੰ ਇਹ ਹੋਇਆ ਕਿ ਸਾਡਾ ਪੈਸਾ ਬੈਂਕ 'ਚ ਹੈ ਉਹ ਸੇਫ ਹੈ, ਜੇ ਸਾਡਾ ਸ਼ੇਅਰ 'ਚ ਜਾਂ ਕਿਤੇ ਹੈ ਉਹ ਹੈ ਸੇਫ ਹੈ, ਇਹਦੀ ਗਰੰਟੀ ਗਵਰਨਮੈਂਟਾਂ ਨੇ ਦੇਣੀ ਹੈ। ਜਿਹੜੀ ਤੁਸੀਂ ਗਰੰਟੀ ਦੀ ਗੱਲ ਕਰ ਰਹੇ ਹੋ, ਮੈਂ ਇਸੇ ਵੱਲ ਜਾਣਨਾ ਚਾਹੁੰਦਾ ਕਿ ਹੁਣ ਇਹ ਰਿਪੋਰਟ ਐਨ ਉਸ ਵਕਤ ਆਈ ਹੈ ਜਦੋਂ ਮਤਲਬ ਕਿ ਇਹਦੇ ਮਾਰਕੀਟ 'ਚ ਸ਼ੇਅਰ ਆਉਣ ਵਾਲੇ ਸੀ ਤੇ ਲੋਕਾਂ ਲਈ ਇੱਕ ਨਵੀਂ ਇਹ ਯੋਜਨਾ ਲੈ ਕੇ ਆ ਰਹੇ ਸੀ ਕਿ ਲੋਕ ਪੈਸਾ ਲਾਉਣ ਤੇ ਬੜੇ ਹੋ ਜਾਣ, ਹੈ ਨਾ। ਅਚਾਨਕ ਉਸ ਸਮੇਂ ਰਿਪੋਰਟ ਆਉਂਦੀ ਹੈ, ਪਰ ਇਹ ਹੁਣ ਇਹ ਰਿਪੋਰਟ ਕਹਿੰਦੀ ਹੈ ਕਿ ਕਰਜ਼ਈ ਹੈ ਤਾਂ ਬਹੁਤ ਜ਼ਿਆਦਾ, ਕਿ ਗਵਾਰਾ ਹੀ ਹੈ, ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸਲ 'ਚ ਉਹ ਨਹੀਂ ਹੈ ਜੋ ਦਿਖਦਾ, ਸੋ ਮਤਲਬ ਹਵਾ ਦਾ ਗਵਾਰਾ ਕਦੇ ਵੀ ਫੁੱਟ ਸਕਦਾ। ਫਿਰ ਉਹਦੇ ਨਾਲ ਜਿਹੜੇ ਬੈਂਕਾਂ ਤੋਂ ਲੋਨ ਲਏ ਨੇ ਇੱਕ ਵਾਰ ਫਿਰ ਬੈਂਕ ਖਤਰੇ 'ਚ ਨੇ। ਨਹੀਂ, ਰੌਲਾ ਇਹੀ ਪੈਂਦਾ ਅਸਲ ਦੇ ਵਿੱਚ, ਔਰ ਜਿਹਨੂੰ ਆਪਾਂ ਕਹਿੰਦੇ ਨਾ ਸਾਰੇ ਕਿਤੇ 2008 ਚ ਇੱਕ ਰਿਸੈਸ਼ਨ ਆਇਆ ਸੀ, ਮੰਦੀ, ਉਹਦੇ ਚ ਬਬਲ ਫਟ ਗਿਆ ਜਿਹਨੂੰ ਕਹਿੰਦੇ ਸੀ ਲੋਕ, ਕਹਿੰਦਾ ਦੁਬਾਰਾ ਫਟ ਗਿਆ ਜਿਹੜਾ ਮਾਮਲਾ, ਔਰ ਉਹ ਸਬ ਪ੍ਰਾਈਮ ਲੈਂਡਿੰਗ ਵਾਲਾ ਸੀ ਵੀ ਜਿੰਨਾ ਤੁਹਾਡੇ ਕੋਲ ਵਸੀਲੇ ਨੇ ਤੋਂ ਕਈ ਗੁਣਾ ਜ਼ਿਆਦਾ ਤੁਸੀਂ ਨਾ ਲੋਨ ਲਈ ਜੋ ਕਰਜ਼ੇ ਦੇਈ ਜਾਓ, ਕੋਈ ਗੱਲ ਨਹੀਂ, ਧੜਾ ਧੜ ਕਰਜ਼ੇ, ਜਦੋਂ ਵਸੂਲੀ ਨਹੀਂ ਕੁਝ ਬਚਦਾ ਹੀ ਨਹੀਂ। ਸਾਡੇ ਦੇਸ਼ ਦਾ ਇੱਕ ਬਹੁਤ ਬੜਾ ਮੁੱਦਾ NPA ਦਾ ਬਣ ਗਿਆ, ਹਾਂਜੀ, ਹੈ ਨਾ, ਨਾਨ ਪਰਫਾਰਮਿੰਗ ਅਸੈਟਸ ਦਾ, ਔਰ ਉਹ ਸਭ ਤੋਂ ਬੜੇ ਜਿਹੜਾ ਪੈਸਾ ਸਭ ਤੋਂ ਵੱਡੇ ਕਾਰਪੋਰੇਟਾਂ ਦਾ ਡੁੱਬਿਆ, ਬੈਂਕ ਨੇ ਡੁੱਬੇ ਨੇ। ਬੈਂਕ ਆਪਣੇ ਆਪ ਨਹੀਂ ਡੁੱਬੇ, ਬੈਂਕ ਅਪਲਾਈ ਯੂਨੀਅਨਾਂ ਨੇ ਐਡੀਆਂ ਐਡੀਆਂ ਕਿਤਾਬਾਂ ਨਾਮ ਲਿਖ ਲਿਖ ਕੇ ਦਿੱਤੇ ਨੇ ਸਭ ਦੇ ਕਿ ਕਿਹਦੇ ਵੱਲ ਕਿੰਨਾ, ਕਿਹਦੇ ਵੱਲ ਕਿੰਨਾ। ਉਹਨਾਂ ਤੋਂ ਵਸੂਲੀ ਨਹੀਂ ਕਰ ਪਾਉਂਦੇ। 14 ਲੱਖ ਕਰੋੜ ਰੁਪਏ ਦੇ ਲਗਭਗ ਪਿਛਲੇ ਸਾਲਾਂ ਦੇ ਵਿੱਚ NPA ਕਹਿ ਕੇ ਉਹਨਾਂ ਨੂੰ ਮਾਫ ਹੋ ਗਿਆ, ਔਰ 14 ਲੱਖ ਕਰੋੜ ਰੁਪਏ ਦਾ ਜਿਹੜੀ ਮਾਫੀ ਹੈ ਉਹ ਪੈਸਾ ਕਿਹਦਾ ਸੀ? ਲੋਕਾਂ ਦਾ ਪੈਸਾ ਸੀ ਨਾ। ਉਹਨੇ ਤਾਂ ਵਰਤ ਕੇ ਗੁਰਸਰਲੇ ਉਡਾ ਲਏ, ਜੋ ਮਰਜ਼ੀ ਕੀਤਾ, ਦੇਸ਼ ਤੋਂ ਵੀ ਉੜ ਗਏ। ਮਾਰਿਆ ਕੌਣ ਗਿਆ? ਮਾਰੇ ਬੈਂਕ ਗਿਆ, ਜਿਹੜਾ ਪਬਲਿਕ ਸੈਕਟਰ ਦਾ ਬੈਂਕ ਸੀ। ਮਾਰੇ ਲੋਕ ਜਾਂਦੇ ਨੇ, ਉਹਨਾਂ ਦਾ ਸੈਂਟੀਮੈਂਟ, ਜਿਨ੍ਹਾਂ ਦੇ ਉੱਥੇ ਪੈਸੇ ਬਾਕੀ ਸੀ। ਮਾਰੇ ਦੇਸ਼ ਦੀ ਡਿਵੈਲਪਮੈਂਟ ਜਾਂਦੀ ਹੈ। ਉਸੇ ਪੈਸੇ ਨਾਲ ਜੁੜੀ ਹੋਈ ਜਿਹੜੀ ਚੀਜ਼ ਹੈ, ਜਿਹੜੀ ਲੋਕਾਂ ਦੇ ਸੁਵਿਧਾਵਾਂ ਤੇ ਖਰਚ ਹੋਣੀ ਸੀ ਜਾਂ ਹੋਰਾਂ ਲੋਕਾਂ ਨੂੰ ਕੋਈ ਬੈਨੀਫਿਟ ਦੇਣਾ ਸੀ, ਉਹ ਬੈਨੀਫਿਟ ਫਿਰ ਸਰਕਾਰੀ ਖਰਚੇ ਚੋਂ, ਸਰਕਾਰੀ ਬਜਟ ਚੋਂ ਰਿਬੇਟ ਦਿੰਦੇ ਹੋ ਤੁਸੀਂ ਇਹਨਾਂ ਨੂੰ, ਔਰ ਉਹ
ਜੇ ਤੁਸੀਂ ਕਹਿ ਦਿਓ ਸਿੰਪਲ ਕਿਸਾਨ ਦਾ ਕਰਜ਼ਾ, ਫਲਾਣੇ ਦਾ ਕਰਜ਼ਾ ਮਾਫ ਕਰ ਦਿਓ, ਥੋੜਾ ਬਹੁਤ ਬਾਕੀ, ਉਹ ਕਹਿੰਦੇ ਨਹੀਂ ਨਹੀਂ ਨਹੀਂ, ਇਹਦੇ ਨਾਲ ਤਾਂ ਵਿੱਤੀ ਅਨੁਸ਼ਾਸਨ ਭੰਗ ਹੋ ਜਾਂਦਾ, ਫਿਰ ਬੜਾ ਰੌਲਾ ਪੈਂਦਾ, ਵਿੱਤੀ ਅਨੁਸ਼ਾਸਨ ਉਹਦੇ ਭੰਗ, ਟਰੈਕਟਰ ਤੱਕ ਜ਼ਬਤ ਕਰਨ ਆ ਜਾਂਦੇ ਆ। ਹਾਂ, ਤੇ ਵਿੱਤੀ ਅਨੁਸ਼ਾਸਨ ਭੰਗ ਉੱਥੇ ਤਾਂ ਹੁੰਦਾ ਨਹੀਂ ਜਿੱਥੇ ਉਹ ਐਨਪੀਏ। ਇਸ ਕਰਕੇ ਉਹਦੇ ਚੋਂ ਹੀ ਤਾਂ ਲੋਕ ਕਹਿੰਦੇ ਨੇ, ਹੁਣ ਅੱਜ ਕੱਲ੍ਹ ਸਾਰੇ ਲੋਕਾਂ ਦਾ, ਇੱਕ ਕਿਸਾਨਾਂ ਦਾ, ਮਜ਼ਦੂਰਾਂ ਦਾ, ਸਭ ਦਾ ਹੀ ਸਭ ਦੇ ਸਾਹਮਣੇ ਹੈ ਕਿ ਪੂਰਾ ਢਾਂਚਾ ਜਿਹੜਾ ਉਹ ਕਾਰਪੋਰੇਟ ਨੇ ਕੰਟਰੋਲ ਕਰ ਲਿਆ। ਸਰਕਾਰਾਂ ਕਾਰਪੋਰੇਟ ਦੀ ਕਠਪੁਤਲੀ ਦੀ ਤਰ੍ਹਾਂ ਕੰਮ ਕਰਦੀਆਂ ਨੇ। ਇਸ ਕਰਕੇ ਕਾਰਪੋਰੇਟ ਨੂੰ ਹੱਥ ਪਾਉਣਾ ਬੜਾ ਮੁਸ਼ਕਲ ਜਿਹਾ ਕੰਮ ਹੈ ਜਿਹੜੀਆਂ ਮੌਜੂਦਾ ਪਾਰਟੀਆਂ ਦੇ ਦੌਰ ਦੇ ਵਿੱਚ। ਪਰ ਫਿਰ ਵੀ ਜਿਵੇਂ ਸਾਡੇ ਨਾਲੋਂ ਵੈਸਟ ਦੇ ਵਿੱਚ, ਪੱਛਮ ਦੇ ਦੇਸ਼ਾਂ ਦੇ ਵਿੱਚ ਨਾ ਸੰਸਥਾਵਾਂ ਮਜ਼ਬੂਤ ਨੇ, ਇੰਸਟੀਟਿਊਸ਼ਨ ਚ ਮਜ਼ਬੂਤ ਨੇ ਡੈਮੋਕ੍ਰੇਸੀ ਦੇ, ਚਾਹੇ ਕਾਰਪੋਰੇਟ ਉੱਥੇ ਵੀ ਹੈ, ਪਰ ਉੱਥੇ ਤੁਸੀਂ ਰੂਲ ਨਿਯਮ ਜਾਏ ਤੋਂ ਨਹੀਂ ਇੱਧਰ ਉੱਧਰ ਜਾ ਸਕਦੇ, ਔਰ ਉਹ ਵੀ ਹੈ, ਤੇ ਨਾਲ ਉੱਥੇ ਬੰਦਿਆਂ ਚ ਵੀ ਇੰਨੀ ਅਵੇਅਰਨੈਸ ਹੈ। ਇਸ ਕਰਕੇ ਪਾਰਟੀਆਂ ਹੁਣ ਸਾਡੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ, ਕੀ ਉਹ ਆਪ ਵੀ ਇਹਦਾ ਨੋਟਿਸ ਲੈਣਗੀਆਂ? ਜਿਹੜੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਇੱਥੇ ਫਰਾਡ ਨਹੀਂ ਹੋਣ ਦੇਣਾ, ਕਾਰਪੋਰੇਟ ਜਾਂ ਜਿਹੜੇ ਨਿਯਮਾਂ ਤਹਿਤ ਉਹਨੇ ਸਾਰਾ ਕੁਝ ਕੀਤਾ, ਜੇ ਉਹ ਨਿਯਮਾਂ ਤੋਂ ਉਲੰਘਣਾ, ਹੁਣ ਕੋਈ ਜਾਗੂਗਾ, ਉਹ ਜਾਗੂ, ਜਾਂ ਉਹਦੀ ਜਾਂਚ ਹੋਏਗੀ, ਜਾਂਚ ਹੋ ਕੇ ਸਭ ਦੇ ਸਾਹਮਣੇ ਇੱਕ ਨਿਰਪੱਖ, ਜਾਂ ਕੇਵਲ ਇੰਨਾ ਹੀ ਕਰ ਦਿੱਤਾ ਜਾਏਗਾ ਜਿਵੇਂ ਸਾਡੀ ਸਰਕਾਰ ਕਹਿ ਰਹੀ ਹੈ ਇਸ BBC ਦੀ ਡਾਕੂਮੈਂਟਰੀ ਬਾਰੇ, ਕਿ ਇਹ ਤਾਂ ਪੱਛਮ ਦਾ ਇੱਕ ਸਾਜ਼ਿਸ਼ ਹੈ ਸਾਨੂੰ ਬਦਨਾਮ ਕਰਨ ਬਾਰੇ। ਕਿਤੇ ਇਹੀ ਨਾ ਕਹਿ ਦਿਓ ਵੀ ਇਹ ਵੀ ਅਮਰੀਕਾ ਦੀ, ਪੱਛਮ ਦੀ, ਫਿਰ ਅਮਰੀਕਾ ਦੇ ਰਾਸ਼ਟਰਪਤੀ ਨਾਲ ਰੋਜ਼ ਦੋਸਤੀਆਂ ਪਾ ਕੇ ਤੁਸੀਂ ਪੋਲੀਟੀਕਲੀ ਕਿਉਂ ਤੁਰੇ ਫਿਰਦੇ ਹੋ ਜੇ ਐਡੀ ਉਹ ਜ਼ਿਆਦਾ ਤੁਹਾਡੀ ਉਹਨੂੰ ਕਰਦੀ ਹੈ? ਤਾਂ ਇਹ ਸਭ ਤੋਂ, ਇਹ ਬੜਾ ਮਤਲਬ ਇਹਦਾ ਕੋਈ ਜਵਾਬ ਨਹੀਂ ਅਜੇ ਤੱਕ ਦਿੱਤਾ ਜਾ ਰਿਹਾ, ਔਰ ਇਹਦਾ ਜਵਾਬ ਲੋਕ ਮੰਗਣਗੇ। ਔਰ ਇੱਕ ਬਹੁਤ ਬੜਾ ਕੁਐਸਚਨ ਹੈ, ਲੋਕ ਪਹਿਲਾਂ ਤੋਂ ਕਹਿੰਦੇ ਆ ਰਹੇ ਨੇ ਕਿ ਜਿਹੜੇ ਨਵੇਂ ਅਮੀਰ ਹੋਏ ਨੇ ਨਾ, ਇਹ ਕੁਛ ਕਾਰਪੋਰੇਟ ਪਹਿਲਾਂ ਵੀ ਹੈ, ਪਰ ਉਹ ਕਾਰਪੋਰੇਟ ਇਸ ਲੈਵਲ ਤੇ ਨਹੀਂ ਸੀ ਚੱਲਿਆ ਜਿਸ ਲੈਵਲ ਤੇ ਇਹ ਜੋ ਕਰੋਨੀ ਕੈਪੀਟਲਿਜ਼ਮ ਦਾ ਦੌਰ ਕਹਿੰਦੇ ਆ, ਕਿ ਹਰ ਹੀਲੇ ਜੋ ਮਰਜ਼ੀ ਕਰ ਦੋ। ਪਹਿਲਾਂ ਵਾਲਾ ਜਿਹੜਾ ਕੈਪੀਟਲਿਸਟ ਸੀ ਘੱਟੋ ਘੱਟ ਇੱਥੇ ਆਉਂਦਾ, ਜਿਵੇਂ ਟਾਟਾ ਸੀ, ਬਿਰਲੇ ਪੁਰਾਣੇ, ਉਹ ਇੱਥੇ ਕੋਈ ਮਤਲਬ ਪਬਲਿਕ ਵੈਲਫੇਅਰ ਦੇ ਕੰਮ, ਇੰਸਟੀਟਿਊਸ਼ਨ ਤੇ ਖਰਚ ਕਰ ਦੋ, ਬਾਕੀ ਕਰ ਦੋ, ਉਹ ਦਿਖਦੇ ਵੀ ਸੀ, ਤੋਂ ਥੋੜਾ ਜਿਹਾ ਦਿਖਦੇ ਸੀ, ਚਾਹੇ ਡਰਾਮਾ ਹੀ ਸੀ, ਮੁਰਗੀ ਮਾਰ ਕੇ ਇੱਕੋ ਦਿਨ ਚ ਕੱਢ ਲੋ ਸਾਰੇ ਆਂਡੇ। ਤੇ ਹੁਣ ਤਾਂ ਪ੍ਰੋਫਿਟ ਦੀ ਦੌੜ ਹੈ, ਇਹਨੂੰ ਕਰੋਨੀ ਕੈਪੀਟਲਿਜ਼ਮ ਕਹਿੰਦੇ ਨੇ, ਜਾਂ ਫਾਈਨਾਂਸ ਕੈਪੀਟਲ ਦਾ ਦੌਰ ਜਿਹਨੂੰ ਲੋਕ ਕਹਿੰਦੇ ਨੇ। ਇਹ ਬੜਾ ਖਤਰਨਾਕ ਹੈ, ਔਰ ਇੱਕ ਚੰਗੀ ਗੱਲ ਹੈ ਇਹ ਵਿਸਲ ਬਲੋਅਰ ਦਾ ਕੰਮ। ਮੈਨੂੰ ਤਾਂ ਲੱਗਦਾ ਜੇ ਉਹ ਗੱਲ ਰਿਪੋਰਟ ਠੀਕ ਹੈ ਤਾਂ ਇੱਕ ਵਿਸਲ ਬਲੋਅਰ ਦਾ ਕੰਮ ਕੀਤਾ ਹੈ ਇਸ, ਹੋਰ ਇਹਦੇ ਨਾਲ ਹੋਰ ਵੀ ਸਾਰੇ ਧਿਆਨ ਚ ਆਉਣਗੇ। ਬਿਲਕੁਲ ਤੁਸੀਂ ਬਹੁਤ ਦਰੁਸਤ ਫਰਮਾਇਆ ਕਿ ਜਿਵੇਂ BBC ਦੀ ਰਿਪੋਰਟ ਨੂੰ ਕਹਿੰਦੇ ਆ ਕਿ ਇਹਨੂੰ ਚੱਲਣ ਨਹੀਂ ਦੇਣਾ, ਕਿ ਉਹਦਾ ਸਾਹਮਣਾ ਕਰਨ ਦੀ ਬਜਾਏ, ਉਹਦਾ ਜਵਾਬ ਦੇਣ ਦੀ ਬਜਾਏ ਤੁਸੀਂ ਉਹ ਤੋਂ ਭੱਜ ਰਹੇ ਹੋ, ਉਸੇ ਤਰ੍ਹਾਂ ਇਸ ਰਿਪੋਰਟ ਤੋਂ ਵੀ ਭੱਜ ਰਹੇ ਨੇ, ਉਹਦਾ ਸਾਹਮਣਾ ਕਰਨ ਦੀ ਬਜਾਏ। ਪਤਾ ਨਹੀਂ ਅਜੇ ਪੋਲੀਟੀਕਲੀ ਤਾਂ ਕੋਈ ਜਾਂ ਮੈਂ ਇਹ ਜਾਣਨਾ ਚਾਹੁੰਦਾ ਕਿ ਕੀ ਇਹ ਇਕੱਲੀ ਇੱਕੋ ਅਡਾਨੀ ਲਈ ਆਈ ਹੈ ਰਿਪੋਰਟ, ਜਾਂ ਇਹਦੇ ਵਿੱਚ ਹੋਰ ਵੱਖ-ਵੱਖ ਕੁਝ ਹਾਸੀਆਂ ਦੀ, ਦੇਸ਼ਾਂ ਦੀ, ਦੁਨੀਆ ਦੀ ਹੋਰਾਂ ਬੰਦਿਆਂ ਦੀ? ਫਿਲਹਾਲ ਇਹਦੇ ਤੇ ਜ਼ਿਆਦਾ ਫੋਕਸ ਰਿਪੋਰਟ ਹੈ, ਪਰ ਮੈਨੂੰ ਲੱਗਦਾ ਜੇ ਹੋਰਾਂ ਤੇ ਵੀ ਉਹ ਕੱਲੇ ਕਰਕੇ ਕੱਢ ਰਹੇ ਨੇ ਵੱਖ-ਵੱਖ ਮਾਮਲਿਆਂ ਦੇ ਜਿਹੜੇ ਵੀ ਨੇ, ਔਰ ਜਿਹਦੀ ਜ਼ਿਆਦਾ ਨਜ਼ਰ ਆਉਂਦੀ ਹੈ ਤੇ ਉਹਦੇ ਤੇ ਜ਼ਿਆਦਾ ਫੋਕਸ ਕਰ ਦਿੰਦੇ ਨੇ, ਕੋਈ ਵੀ ਸਮਰੱਥਾਵਾਂ ਹੁੰਦੀਆਂ ਨੇ। ਔਰ ਕਾਰਪੋਰੇਟ ਤਾਂ ਵੈਸੇ ਜਿਹੜੇ ਜਿਹਨੇ ਆਪਾਂ ਕਹਿੰਦੇ ਆ ਕੋਈ ਟੈਕਸਾਂ 'ਚ ਫਰਾਡ ਕਰਦਾ, ਟੈਕਸ ਨਹੀਂ ਭਰਦਾ, ਬਾਕੀ ਚੀਜ਼ਾਂ ਨੇ ਜਿਹੜੀਆਂ ਉਹ ਤਾਂ ਸਭ ਦੇ ਸਾਹਮਣੇ ਦਿਖਾਈ ਦੇ ਹੀ ਰਹੀਆਂ ਨੇ, ਆ ਰਹੀਆਂ ਨੇ ਉਸ ਪੱਧਰ ਦੇ ਉੱਤੇ। ਪਰ ਇਹਨਾਂ ਗੱਲਾਂ ਦੇ ਉੱਤੇ ਹੁਣ ਸਭ ਤੋਂ ਬੜਾ ਕੁਐਸਚਨ ਕਾਰਪੋਰੇਟ ਕਿਵੇਂ ਲੁੱਟਦਾ ਹੈ, ਕਾਰਪੋਰੇਟ ਕਿਸ ਤਰੀਕੇ ਨਾਲ, ਉਹਦੇ ਨਾਲ ਚੱਲਣੀ ਚਾਹੀਦੀ ਹੈ ਚਰਚਾ। ਔਰ ਇਹਦੇ ਚੋਂ ਕਈ ਬੰਦੇ ਆਏ ਵੀ ਨੇ ਬਾਹਰ ਜਿਹੜੇ ਜਿਨ੍ਹਾਂ ਨੇ ਆ ਕੇ ਕਿਤਾਬਾਂ ਵੀ ਲਿਖੀਆਂ ਨੇ ਕਾਰਪੋਰੇਟ ਦੀ ਰਿਟ ਦੇ ਖਿਲਾਫ। ਔਰ ਇੱਕ ਮਤਲਬ ਕਾਰਪੋਰੇਟ ਦੇ ਮਾਮਲੇ 'ਚ ਕੀ ਸੀ, ਕਿਹੜੇ ਇਕਬਾਲੀਆ ਬਿਆਨ ਦੇ ਨਾਂ ਦੇ ਉੱਤੇ ਇੱਕ ਲਿਖੀ ਹੋਈ ਕਿਤਾਬ ਹੈ, ਮੇਰੇ ਨਾਂ ਉਹਦਾ ਭੁੱਲ ਗਿਆ ਕਿਹੜੀ ਸੀ, ਔਰ ਉਹ ਕਾਰਪੋਰੇਟ 'ਚ ਇੰਨੇ ਦਿਨ ਰਿਹਾ। ਉਹ ਕਹਿੰਦਾ ਮੇਰੀ ਬੇਟੀ ਨੇ ਮੈਨੂੰ ਹੌਸਲਾ ਦਿੱਤਾ ਹੈ, ਮੇਰੀ ਬੇਟੀ ਨੇ ਕਿਹਾ ਵੀ ਲਿਖ ਦੋ, ਕਿਉਂਕਿ ਉਹਨੂੰ ਇਹ ਵੀ ਡਰ ਸੀਗਾ ਕਿ ਮਾਰ ਵੀ ਦਿੱਤਾ ਜਾ ਸਕਦਾ, ਇੰਨੇ ਪਾਵਰਫੁਲ ਹੈ, ਕਿਤੇ ਕੋਈ ਰਹਿਣ ਨਹੀਂ ਉਸ ਲੈਵਲ ਦੇ ਉੱਤੇ ਦਿੱਤਾ ਜਾਂਦਾ। ਪਰ ਚੀਜ਼ਾਂ ਨਾ ਸਾਹਮਣੇ ਆਈ ਜਾਂਦੀਆਂ ਨੇ ਹੌਲੀ ਹੌਲੀ, ਸੱਚ ਨੂੰ ਲੁਕੋਇਆ ਨਹੀਂ ਜਾ ਸਕਦਾ, ਅਪੇਅਰ ਹੋ ਜਾਂਦੇ ਨੇ, ਲੋਕ ਆਉਂਦੇ ਨੇ ਉਸ ਮਾਮਲੇ 'ਚ। ਔਰ ਇਹ ਰਿਪੋਰਟ ਮੈਨੂੰ ਲੱਗਦਾ ਇੱਕ ਬੜਾ ਟਰਨਿੰਗ ਪੁਆਇੰਟ ਹੈ ਉਹਨਾਂ ਮੂਵਮੈਂਟਾਂ ਦੇ ਹੱਕ 'ਚ ਜਿਹੜੀਆਂ ਮੂਵਮੈਂਟਾਂ ਪਹਿਲਾਂ ਤੋਂ ਦੋਸ਼ ਲਾ ਰਹੀਆਂ ਨੇ ਕਿ ਇਹ ਘਰਾਣੇ ਜਿਹੜੇ ਸਭ ਕੁਝ ਲੁੱਟਣਾ ਚਾਹੁੰਦੇ ਨੇ, ਸਭ ਕੁਝ ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਉਹ ਵੀ ਕਿਸੇ ਵਾਜਬ ਤਰੀਕੇ ਨਾਲ ਨਹੀਂ, ਪੂਰੇ ਕਾਨੂੰਨ, ਰੂਲ ਰੈਗੂਲੇਸ਼ਨ, ਪਹਿਲਾਂ ਤਾਂ ਇਹ ਰੂਲ ਰੈਗੂਲੇਸ਼ਨ ਹੀ ਆਪਣੇ ਪੱਖ ਦੇ ਬਣਾ ਰਹੀਆਂ ਨੇ, ਜਿੰਨੇ ਬਣ ਗਏ ਉਹਨਾਂ ਨਾਲ ਵੀ ਸਬਰ ਨਹੀਂ, ਉਹਦੇ ਵੀ ਦਾਇਰੇ 'ਚ ਨਹੀਂ ਰਹਿ ਰਹੀ, ਉਹਦੇ ਦਾਇਰੇ 'ਚੋਂ ਵੀ ਬਾਹਰ ਜਾ ਕੇ ਜਦੋਂ ਕਿਤੇ ਫੁੱਟ ਹੁੰਦੀ ਹੈ ਤਾਂ ਇਹ ਬਹੁਤ ਖਤਰਨਾਕ ਉਸ ਲੈਵਲ। ਜਿਹੜੀਆਂ ਧਿਰਾਂ ਨੇ ਅਵਾਨੀ ਅਡਾਨੀ ਦਾ ਇਹ ਕੱਚ ਸੱਚ ਸਾਹਮਣੇ ਲਿਆਂਦਾ ਸੀ, ਅੱਜ ਉਹ ਰਿਪੋਰਟ ਉਸ ਦਾ ਸਬੂਤ ਵਜੋਂ ਤਾਂ ਸਾਹਮਣੇ ਲਿਆ ਰਹੀ ਹੈ, ਤੇ ਉਹੀ ਤਰ੍ਹਾਂ ਫਿਰ ਦਿੱਲੀ ਕੂਚ ਕਰਨ ਦੀ ਤਿਆਰੀ ਕਰ ਰਹੀ ਹੈ। ਮੇਰਾ ਸਵਾਲ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਆ ਕਿ ਉਹ ਜੀਂਦ ਦੇ ਵਿੱਚ ਇੱਕ ਆਪਣੀ ਮਹਾਂ ਪੰਚਾਇਤ ਕਰਦਾ ਸਕੀਮ, ਉਹਦੇ ਵਿੱਚ ਮਤਲਬ ਵੱਡੀਆਂ ਧਿਰਾਂ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਾਮਲ ਹੁੰਦੀਆਂ, ਚਾਹੇ ਉਹਦੇ ਵਿੱਚ ਉਗਰਾਹਾਂ ਹੋ ਰਹੀ ਹੋਣ, ਚਾਹੇ ਟਕੈਤ ਹੋ ਰਹੀ ਹੋਣ, ਚਾਹੇ ਦਰਸ਼ਨਪਾਲ ਹੋ ਰਹੀ ਹੋਣ, ਚਾਹੇ ਹੋਰ ਸਾਰੀਆਂ ਪੰਜਾਬ ਦੀਆਂ ਜਾਂ ਦੇਸ਼ ਦੀਆਂ ਜਥੇਬੰਦੀਆਂ ਸ਼ਾਮਲ ਹੁੰਦੀਆਂ। ਤੇ ਹੁਣ ਉਹ ਕਹਿੰਦੇ ਕਿ ਫਿਰ ਤਿਆਰੀ ਹੈ ਕਿ ਦਿੱਲੀ ਨੂੰ ਜਾਣਾ, ਅਸੀਂ ਮਾਰਚ ਮਹੀਨੇ ਦੇ ਵਿੱਚ ਹੀ ਦਿੱਲੀ ਵੱਲ ਨੂੰ ਮਾਰਚ ਕੀਤਾ ਜਾ ਸਕਦਾ। ਕੀ ਪੱਕਾ ਮੋਰਚਾ ਲਾਉਣਾ?
ਜਾਂ ਕੁਝ ਦਿਨਾਂ ਲਈ ਸੰਕੇਤਕ ਮੋਰਚਾ ਲੱਗਣਾ, ਤੇ ਉਹਦੇ ਮੁੱਖ ਮੁੱਦੇ ਕਿਹੜੇ ਰਹਿਣਗੇ ਕੇਂਦਰ ਤੇ, ਕੀ ਹੈ ਪਹਿਲੂ ਸਰ? ਹਾਂ, ਉਹ ਜੀਂਦ ਦਾ ਜਿਹੜਾ ਕਿਸਾਨਾਂ ਦਾ ਕੱਲ੍ਹ ਦਾ ਕੱਟ ਸੀ ਉਹ ਉਨਾ ਜ਼ਿਆਦਾ ਰਿਪੋਰਟ ਨਹੀਂ ਹੋਇਆ, ਕਿਉਂਕਿ ਇੱਥੇ ਸਾਡੇ ਸੇਮ ਡੇ ਤੇ 26 ਜਨਵਰੀ ਨੂੰ ਕੁਝ ਸਰਕਾਰਾਂ ਦਾ ਪ੍ਰੋਗਰਾਮ ਵੀ ਹੋਣਾ ਸੀ, ਤੇ ਇੱਥੇ ਬੰਦੀ ਸਿੰਘਾਂ ਨੂੰ ਛਡਾਉਣ ਦਾ ਇੱਕ ਵੱਡਾ ਮਾਰਚ ਵੀ ਸੀ। ਇਸ ਕਰਕੇ ਵੀ ਸ਼ਾਇਦ ਉਹ ਜੀਂਦ 'ਚ ਬਹੁਤ ਵੱਡੀ ਰੈਲੀ ਹੋਈ ਹੈ, ਜਿਸ 'ਚ ਪੰਜਾਬ ਤੇ ਕਿਸਾਨਾਂ ਹਰਿਆਣੇ ਦੇ ਕਿਸਾਨਾਂ ਦਾ ਸਭ ਤੋਂ ਜ਼ਿਆਦਾ ਘੱਟ ਸੀ, ਬਾਕੀ ਸਟੇਟਾਂ ਚੋਂ ਵੀ ਕਿਸਾਨ ਆਏ ਸੀ। ਉੱਥੇ ਇੱਕ ਉਹਨਾਂ ਨੇ ਜਿਹੜੇ ਬਚੇ ਹੋਏ ਮੁੱਦੇ ਨੇ, 3 ਕਾਨੂੰਨ ਵਾਪਸ ਲੈਣ ਤੋਂ ਬਿਨਾਂ ਕਈ ਮੰਗਾਂ ਸੀ, ਜਿਵੇਂ ਬਾਕੀ ਫਸਲਾਂ ਦੀ MSP ਦਾ ਸਵਾਲ ਸੀ, ਲਖੀਮਪੁਰ ਖੀਰੀ ਦੇ ਵਿੱਚ ਇਨਸਾਫ ਦੇਣ ਦਾ ਸਵਾਲ ਸੀ, ਕਰਜ਼ਿਆਂ ਦੇ ਮੁੱਦੇ ਜਾਂ ਹੋਰ ਸਾਰੇ ਮੁੱਦੇ ਜਿਹੜੇ ਵਿੱਚ ਸ਼ਾਮਲ ਕਰਕੇ ਉਹਦੇ ਤੇ ਕਰਨਾ ਸੀ। ਉਹਨਾਂ ਨੇ 9 ਤਰੀਕ ਦੀ ਹੁਣ ਮੀਟਿੰਗ ਰੱਖੀ ਹੈ ਆਪਣੀ SKM ਨੇ, ਕਿ ਉਹਦਾ ਤਰੀਕਾਕਾਰ ਕੀ ਹੋਏਗਾ। ਉਹਨਾਂ ਦਾ ਲੱਗਦਾ ਕਿ 15 ਤੋਂ 22 ਫਰਵਰੀ ਦੇ 22 ਮਾਰਚ ਦੇ ਵਿੱਚ ਉੱਥੇ ਇੱਕ ਫੰਕਸ਼ਨ ਜੰਤਰ ਮੰਤਰ ਤੇ ਇੱਕ ਵੱਡਾ ਇਕੱਠ ਕੀਤਾ ਜਾਵੇ, ਕਿਉਂਕਿ ਪਾਰਲੀਮੈਂਟ ਚੱਲ ਰਹੀ, ਉਹ ਪਾਰਲੀਮੈਂਟ ਦੇ ਪੈਰਲਲ ਜਿਵੇਂ ਪਹਿਲਾਂ ਉਹ ਗੱਲ ਕੀਤੀ ਸੀ, ਕੋਹਾ ਜਿਹਾ ਵੀ ਇਕੱਠ ਸੱਦ ਕੇ ਆਪਣੀ ਗੱਲ ਜਿਹੜੀ ਦੱਸੀ ਜਾਵੇ, ਉਹਦਾ ਰੂਪ ਰੇਖਾ ਕੀ ਹੋਏਗੀ, ਇਹ ਅਜੇ ਉਹਨਾਂ ਨੇ 9 ਤਰੀਕ ਨੂੰ ਦੱਸਣਾ ਉਸ ਲੈਵਲ ਤੇ। ਔਰ ਮੈਨੂੰ ਲੱਗਦਾ ਕਿ ਉਹ ਰੈਗੂਲਰ ਮੋਰਚਾ ਤਾਂ ਨਹੀਂ ਹੋਏਗਾ ਉਹ ਹੈ ਜਿਹੜਾ ਚੱਲਿਆ ਸੀ, ਉਹਦੀ ਤਾਂ ਇੱਕ ਹੋਰ ਤਿਆਰੀ, ਇਹ ਅਜੇ ਉਹ 1 ਦਿਨ ਦਾ ਇਕੱਠ ਹੀ ਸ਼ਾਇਦ ਉਸ ਲੈਵਲ ਦੀ ਰੈਲੀ ਹੋਏ, ਜਾਂ 1 ਦਿਨ ਦਾ ਜਾਂ 2 ਦਿਨ ਦਾ, ਜਾਂ ਕੋਈ ਇਹੋ ਜਿਹਾ ਹੋ ਜੇ 2 ਦਿਨ ਦਾ, 9 ਨੂੰ ਇਹ ਵੀ ਹੋ ਸਕਦਾ 2 ਦੀ ਬਜਾਏ 2-4 ਦਿਨ ਦਾ ਪਾਰਲੀਮੈਂਟ ਪੈਰਲਲ ਚਲਾ ਲਓ, ਉਹੀ ਜੀ ਜਿਵੇਂ ਪਹਿਲਾਂ ਚਲਾਈ ਸੀ ਜਨ ਸੰਸਦ ਦੇ ਨਾਂ ਤੇ, ਲੋਕਾਂ ਦੀ ਸੰਸਦ ਕਿਸਾਨ ਸੰਸਦ ਦੇ ਨਾਂ ਤੇ। ਇਹ ਸਾਰੀਆਂ ਗੱਲਾਂ ਤੇ ਜਿਹੜੇ ਇੱਕ ਵਿਚਾਰ ਉਸ ਪੱਧਰ ਦੇ ਉੱਤੇ ਹੋਣਾ, ਪਰ ਉਹ ਮੁੱਦੇ ਬੜੇ ਵੱਡੇ ਇਸ ਲੈਵਲ ਤੇ ਹੈ ਹੀ ਨੇ, ਕਿਸਾਨੀ ਦੇ ਜਾਂ ਮਜ਼ਦੂਰਾਂ ਦੇ ਜਾਂ ਬਾਕੀ ਲੋਕਾਂ ਦੇ, ਕਿਉਂਕਿ ਇਸੇ ਲਈ ਤਾਂ ਇਹ ਮੁੱਦੇ ਆ ਰਹੇ ਨੇ ਕਿ ਇੱਕ ਪਾਸੇ ਅਡਾਨੀ ਅੰਬਾਨੀ ਹੈਗੇ ਨੇ, ਦੂਜੇ ਪਾਸੇ ਹਿੰਦੂਤਵੀ ਏਜੰਡਾ ਜਾਂ ਮੈਜੋਰਿਟੇਰੀਅਨ ਦਾ, ਉਹਦੇ ਮੁਕਾਬਲੇ ਜਿਹੜੇ ਰੁਜ਼ਗਾਰ ਦੇ, ਲੋਕਾਂ ਦੇ ਰੋਜੀ ਰੋਟੀ ਦੇ ਜਾਂ ਬਾਕੀ ਦੇ ਮੁੱਦੇ ਨੇ, ਉਹ ਮੁੱਦਿਆਂ ਨੂੰ ਵੀ ਉਭਾਰਨ ਦੀ ਵੱਖ-ਵੱਖ ਧਿਰਾਂ ਕੋਸ਼ਿਸ਼ ਲਗਾਤਾਰ ਲੱਗੀਆਂ ਹੋਈਆਂ ਨੇ। ਔਰ ਇਹਦੇ ਤੋਂ ਨਜ਼ਰ ਇਹ ਆ ਰਿਹਾ ਵੀ ਜਿੰਨੇ ਇਕੱਠ ਲੋਕ ਆਪਣੇ ਕਰ ਰਹੇ ਨੇ ਇਹਨਾਂ ਮਾਮਲਿਆਂ ਦੇ ਵਿੱਚ, ਇਹਦਾ ਮਤਲਬ ਹੁਣ ਲੋਕ ਉਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਕਿ ਕੋਈ ਮੀਡੀਆ ਵੱਡਾ ਕੌਣ ਕੀ ਕਹਿੰਦਾ, ਕੌਣ ਨਹੀਂ ਕਹਿੰਦਾ, ਤੇ ਤੁਸੀਂ ਆਪਾਂ ਆਪਣੇ ਢੰਗ ਨਾਲ ਇੱਕ ਵਰਤਾਂਤ ਨੂੰ ਅੱਗੇ ਲੈ ਕੇ ਜਾਣ ਦਾ ਇੱਕ ਸਵਾਲ ਹੈ। ਔਰ ਉਹ ਕਿਸਾਨ ਅੰਦੋਲਨ ਦੀ ਇੱਕ ਕੰਟੀਨਿਊਟੀ ਹੈ ਪੰਜਾਬ 'ਚ ਵੀ, ਇਸੇ ਕਰਕੇ ਕਿੰਨੇ ਮੋਰਚੇ ਚੱਲ ਹੀ ਰਹੇ ਨੇ ਅਜੇ ਤੱਕ। ਬਾਈਬਲ ਵਾਲਿਆਂ ਨੇ 5 ਤਰੀਕ ਨੂੰ ਹਾਈਵੇ ਜਾਮ ਕਰਨ ਦਾ, 3 ਤਰੀਕ ਨੂੰ ਪਾਣੀਆਂ ਦੇ ਮੁੱਦੇ ਤੇ ਇੱਕ ਲੱਗ ਰਿਹਾ, ਇਹ ਬੰਦੀ ਸਿੰਘਾਂ ਦੀ ਸਪੋਰਟ ਵਾਲੇ ਬੜਾ ਮੋਰਚਾ ਇੱਥੇ ਬਣਿਆ ਹੀ ਹੋਇਆ। ਉਧਰੋਂ ਕਿਸਾਨਾਂ ਦਾ ਇੱਕ ਨੈਸ਼ਨਲ ਲੈਵਲ ਦਾ ਇੱਕ ਜੀਰੇ ਵਾਲਾ ਵੀ ਹਲੇ ਚੱਲੀ ਜਾਂਦਾ, ਜੀਰੇ ਵਾਲਾ ਚੱਲੀਓ ਜਾਂਦਾ, ਕਿਉਂਕਿ ਜਿੰਨਾ ਚਿਰ ਇਹ ਸਾਹਮਣੇ ਮੂੰਹਜ਼ਬਾਨੀ ਐਲਾਨ ਹੈ, ਮੂੰਹਜ਼ਬਾਨੀ ਐਲਾਨ ਹੈ, ਜਦੋਂ ਤੱਕ ਆਰਡਰ ਜਾਂ ਬਾਕੀ ਦੀਆਂ ਚੀਜ਼ਾਂ ਨਹੀਂ ਆਉਂਦੀਆਂ, ਨਾ ਕੇਵਲ ਉਹਨਾਂ ਦੇ ਬੰਦਿਆਂ ਦੇ ਕੇਸ ਵਾਪਸ ਲੈ ਹੋਣ ਦੀ ਕੋਈ ਪ੍ਰਕਿਰਿਆ ਹੋਈ ਹੈ, ਨਾ ਕੋਈ ਇਸ ਪੱਧਰ ਦੀ ਹੋਰ ਗਰੰਟੀ, ਨਾ ਉਹਨਾਂ ਨਾਲ ਦੁਬਾਰਾ ਕੋਈ ਸਰਕਾਰ ਨੇ ਗੱਲ ਕੀਤੀ, ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ। ਇਸ ਕਰਕੇ ਪਰ ਲੋਕ ਡਟੇ ਹੋਏ ਨੇ, ਇਹ ਇੱਕ ਪੋਜ਼ਿਟਿਵ ਸਵਾਲ ਸਭ ਦੇ ਸਾਹਮਣੇ। ਸਭ ਤੋਂ ਅਸਾਰੂ ਸਵਾਲ ਇਹੀ ਹੈ ਕਿ ਹਾਂ ਭਾਈ ਲੋਕ ਡਟੇ ਹੋਏ ਨੇ, ਚਾਹੇ ਉਹ ਸਰਕਾਰਾਂ ਹੋਣ, ਚਾਹੇ ਕਾਰਪੋਰੇਟ ਘਰਾਣੇ ਹੋਣ, ਚਾਹੇ ਧਰਮ ਜਾਤ ਦੇ ਨਾਂ ਦੇ ਉੱਤੇ ਖੇਡੀ ਜਾ ਰਹੀ ਖੇਡ ਹੋਵੇ, ਉਹਦੇ ਖਿਲਾਫ ਲੋਕ ਡਟੇ ਹੋਏ ਨੇ। ਉਸ ਲੋਕ ਮੁੱਦਿਆਂ ਨੂੰ ਲੈ ਕੇ ਅਸੀਂ ਤੁਹਾਡੇ ਕੋਲ ਹਾਜ਼ਰ ਹੁੰਦੇ ਹਾਂ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ।